गल तो मोदी ने नहीं की। 13 महीने ਉਹਦੀ आवाज़ आई है। ਅੱਜ ਬਿਜਲੀ ਮਹਿਕਮਾ ਵਿਕਿਆ, ਕੱਲ ਨੂੰ ਪੁਲਿਸ ਮਹਿਕਮਾ ਵੀ ਵਿਕਣਾ ਹੈ ਤੇ ਸਕੂਲ ਵੀ ਵਿਕਣੇ ਆ। जो नई कंपनी आ रही है उसका कलकत्ते का रेट 25 यूनिट तक जो है 4 रुपये 89 पैसा है। 300 यूनिट तक जो उसका रेट जो है 7 रुपये 16 पैसे बनता है और 300 यूनिट से ऊपर उसका रेट जो है 8 रुपये 92 पैसे है। चंडीगढ़ में मैक्सिमम रेट जो है 4 रुपये 65 पैसे है। ये सीधा फर्क जो है आप देख लो। 2 रुपये 25 पैसे तो लैके 4 रुपये 25 पैसे सानू एक मतलब कि पर यूनिट मिलता। अगर यह निजीकरण हो जाता, प्राइवेटाइजेशन हो जाती है तो यही यूनिट आम पब्लिक नू 9 रुपये तो शुरू होना और 13 तो ऊपर जाना। ਜਦੋਂ ਤੁਹਾਡੇ ਮੋਢਿਆਂ ਦੇ ਉੱਤੇ ਅਬਾਨੀ ਅਡਾਨੀ ਪੁਲਿਸ ਲਿਖਿਆ ਗਿਆ ਨਾ, ਤੁਸੀਂ ਉਦੋਂ ਜ਼ਰੂਰ ਬੋਲੋਗੇ, ਪਰ ਅਸੀਂ ਉਦੋਂ ਵੀ ਤੁਹਾਨੂੰ ਸਮਰਥਨ ਕਰਨ ਆਵਾਂਗੇ। 10 से 15 हज़ार रुपये डीसी रेट यहाँ पर चंडीगढ़ में है, उसमें अपने घर का गुजारा करना औखा हो रहा है। तो वो कैसे मतलब वो बिजली का बिल भरेगा उस टाइम वो, या अपना घर चलाएगा? सरकार उन्होंने 870 करोड़ च बेचन जा रही है। ਜਿਹੜੀ ਇੱਥੇ ਪਬਲਿਕ ਹੈ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਰੇ ਜਾਗੋ, ਠੀਕ ਹੈ, ਸਾਰੇ ਇਹ ਜਥੇਬੰਦੀਆਂ ਨਾਲ ਖੜੋ, ਮੁਲਾਜ਼ਮਾਂ ਨਾਲ ਖੜੋ। ਅੱਜ ਤੁਹਾਡਾ ਫਾਇਦਾ, ਨਹੀਂ ਤਾਂ ਜਿਹੜਾ ਆਉਣ ਵਾਲਾ ਬਿੱਲ ਹੈ 4000 ਰੁਪਏ ਹੁਣ ਜਿੱਦਾਂ ਆਂਦਾ 10-10 ਰੁਪਿਆ ਬਿੱਲ ਆਊਗਾ। 17 ਸੈਕਟਰ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਆ, ਕਿਉਂਕਿ ਇਹਨਾਂ ਦੀ ਬਿਜਲੀ ਜੋ ਕਿ ਪ੍ਰਾਈਵੇਟ ਘਰਾਂ ਨੂੰ ਦਿੱਤੀ ਜਾ ਰਹੀ ਹੈ। ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੈਂਬਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਕੀ ਨਾਮ ਹੈ ਜੀ? ਕਿਰਪਾਲ ਸਿੰਘ, ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਤੋਂ ਜੀ। ਜੀ ਪ੍ਰੋਟੈਸਟ ਕਰ ਰਹੇ ਹੋ, ਕੀ ਕਾਰਨ ਪੈ ਗਿਆ ਜੀ? ਦੇਖੋ ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਸਰਕਾਰਾਂ ਨੇ ਇਹਨਾਂ ਨੇ ਸਾਰੇ ਅਦਾਰੇ, ਮੈਂ ਇਹ ਨਹੀਂ ਕਹਿੰਦਾ ਕਿ ਬਿਜਲੀ ਮਹਿਕਮੇ ਨੂੰ ਤਾਂ ਹੋਣਾ, ਉਸ ਤੋਂ ਪਹਿਲਾਂ ਤੁਹਾਡਾ ਰੇਲਵੇ ਲੈ ਲਓ, ਚਾਹੇ 에ਅਰ ਲੈ ਲਓ, ਸਭ ਕੁਝ ਵੇਚਤਾ। ਅੱਜ ਕੀ ਹੈ ਕਿ ਚੰਡੀਗੜ੍ਹ ਦੀ ਗੱਲ, ਚੰਡੀਗੜ੍ਹ ਦੇ ਬਿਜਲੀ ਮਹਿਕਮਾ ਜਿਹੜਾ ਸਭ ਤੋਂ ਵੱਧ ਮੁਨਾਫੇ ਦੇ ਵਿੱਚ ਜਾ ਰਿਹਾ ਸੀ, ਉਸ ਦਾ ਵੀ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਹਦੇ ਵਿਰੋਧ ਦੇ ਵਿੱਚ ਅਸੀਂ ਇੱਥੇ ਆਏ ਹਾਂ। ਤੇ ਇਹਦੇ ਵਿੱਚ ਇਹ ਨਹੀਂ ਵੀ ਬਿਜਲੀ ਮਹਿਕਮਾ ਹੀ ਸਿਰਫ ਪ੍ਰਾਈਵੇਟ ਹੋ ਰਿਹਾ, ਜਿਹੜੇ ਆਮ ਲੋਕ ਨੇ, ਆਮ ਲੋਕਾਂ ਦੀ ਜੇਬਾਂ ਤੇ ਵੀ ਇਹਦਾ ਡਾਕਾ ਬਹੁਤ ਵੱਡਾ ਪੈਣਾ ਹੈ। ਕਿਉਂਕਿ ਜਿਹੜਾ ਅੱਜ ਸਾਨੂੰ ਯੂਨਿਟ ਬਿਜਲੀ ਮਹਿਕਮਾ ਦੇ ਰਿਹਾ ਹੈ, ਸਰਕਾਰੀ ਬਿਜਲੀ ਮਹਿਕਮਾ 2 रुपये 25 पैसे तो लैके 4 रुपये 25 पैसे सानू एक मतलब कि पर यूनिट मिलता। अगर यह निजीकरण हो जाता, प्राइवेटाइजेशन हो जाती है तो यही यूनिट आम पब्लिक नू 9 रुपये तो शुरू होना और 13 तो ऊपर जाना, जो कि आम पब्लिक की जेबां ते बहुत ही वड्डा डाका होगा। किस तरह देखते हो हर एक चीज़ नू प्राइवेट किया जा रहा है, की लगता कि ये सही है या गलत है? फिर एक तरह का हुण बिल्कुल गलत है जी। मैं तो ये कहना चाहता देश की सरकार नू आपां सरकारी बनाइए ही ना। जो देश ही प्राइवेट तुसीं सारा करता, हर अदारा प्राइवेट करता, फिर सरकार भी प्राइवेट ही बना लो, सरकार भी अडानी अबानियां दी बना दो ना। जो हुण भी देश नू वो चला रहे हैं, सब कुछ बेचता उन्होंने, तो सरकार भी उन्हों दी बनन दो। फिर जो देश चलाने जिहड़ा सरकार भी जिहड़ा देश चलाओगे सरकार उहदी बनती है जी। जो वो देश चलाणगे सरकार भी उन्होंने, तुसीं कहनो फिर विच पंगा लैंदे हो। पर नहीं, इन्हां दे दंदां नू खून लग चुक्या, खून लग चुक्या भी एक मुनाफे दे विच 3000 करोड़ के मुनाफे च महकमा चल रहा, इन्हां तो जरिया नहीं जा रहा। अगला एक्शन की होवेगा जेकर मंगां नहीं मन्नियां जांदियां तां? देखो साडे किसानां वल्लों अगला एक्शन, पहले तो साडा एक्शन कल नूं है जी। कल नूं 23 तरीक नूं असीं एक विशाल रोस मार्च कढदे हां, जिहड़ा बिजली महकमे दे प्राइवेटाइजेशन दे उहदे विच ਉਹ ਅਸੀਂ 19 ਸੈਕਟਰ ਦੇ ਜਿਹੜਾ ਇਹਨਾਂ ਦਾ ਬਿਜਲੀ ਦਾ ਦਫ਼ਤਰ ਹੈ ਉੱਥੋਂ ਆਰੰਭ ਕਰਾਂਗੇ ਤੇ 17 ਪਲਾਜ਼ਾ ਖਤਮ ਹੋਊਗਾ। ਉਹਦਾ ਟਾਈਮ 5:30 ਵਜੇ ਆਰੰਭ ਹੋਊਗਾ ਤੇ ਸ਼ਾਮ ਨੂੰ 7 ਵਜੇ ਤੱਕ ਅਸੀਂ ਇੱਥੇ 17 ਸੈਕਟਰ ਪਹੁੰਚਾਂਗੇ। ਕੱਲ ਬੀਜੇਪੀ ਦੀ ਕੀਤੀ ਜਾਵੇ, ਕਿਸੇ ਪਾਰਟੀ ਦੇ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ? ਦੇਖੋ ਜੀ, ਜਿਹੜੀ ਪਾਰਟੀ ਨਿੱਜੀਕਰਨ ਕਰਾ ਰਹੀ ਉਹ ਉਹਦੇ ਕੀ ਗੱਲ ਕਰੂਗੀ ਜੀ? ਗੱਲ ਤਾਂ ਮੋਦੀ ਨੇ ਨਹੀਂ ਕੀਤੀ। 13 ਮਹੀਨੇ ਉਹਦੀ ਆਵਾਜ਼ ਆਈ ਹੈ। ਇਹ ਅੰਦੋਲਨ ਸਾਡੇ ਹੱਕਾਂ ਦੀ ਲੜਾਈ ਹੈ, ਸਾਨੂੰ ਆਪ ਲੜਨੀ ਪੈਣੀ ਹੈ। ਚਾਹੇ ਇੱਥੇ ਬੈਠੇ ਆ ਨੁਮਾਇੰਦੇ ਬੈਠੇ ਨੇ, ਹੁਣ ਵੀ ਸਰਕਾਰੀ ਨੁਮਾਇੰਦੇ ਬੈਠੇ ਨੇ, ਪਰ ਇਹ ਮੈਂ ਮੂੰਹ ਤੇ ਕਹਿਣਾ ਚਾਹੁੰਦਾ ਸਭ ਆਪਣੀਆਂ ਰੋਟੀਆਂ ਸੇਕ ਰਹੇ ਨੇ, ਸਭ ਆਪਣੀਆਂ ਰੋਟੀਆਂ ਸੇਕ ਰਹੇ ਨੇ ਇੱਥੇ ਬੈਠੇ। ਕਿਸੇ ਨੇ ਸਾਥ ਨਹੀਂ ਦੇਣਾ, ਸਾਨੂੰ ਆਪਣੇ ਹੱਕਾਂ ਦੀ ਲੜਾਈ ਆਪ ਲੜਨੀ ਪੈਣੀ ਹੈ। ਕੀ ਲੱਗਦਾ ਕਿ ਹੱਲ ਹੋਊਗਾ ਇਸ ਤਰ੍ਹਾਂ ਦਾ? ਹੁਣ ਦੇਖੋ ਜੰਗਾਂ ਤਾਂ ਹੁਣ ਲੜਨੀਆਂ ਹੀ ਪੈਣੀਆਂ, ਕਿਉਂਕਿ ਸਰਕਾਰ ਜੋ ਕਾਰਨਾਮੇ ਕਰ ਰਹੀ ਆ ਉਹਦੇ ਖਿਲਾਫ ਸਾਨੂੰ ਹਰ ਜਗ੍ਹਾ, ਕਿਉਂਕਿ ਇਹ ਸਾਨੂੰ ਕਿਸਾਨੀ ਅੰਦੋਲਨ ਇੱਕ ਅੰਦੋਲਨ ਲੜਨੇ ਤੇ ਸਰਕਾਰ ਦੇ ਖਿਲਾਫ ਬੋਲਣ ਦਾ ਇੱਕ ਸਾਨੂੰ ਵਧੀਆ ਮਤਲਬ ਸਾਨੂੰ ਸਿਖਾਤਾ
ਕਿ ਜੰਗਾਂ ਕਿਵੇਂ ਲੜੀਆਂ ਜਾਂਦੀਆਂ। ਪਹਿਲਾਂ ਅਸੀਂ ਸਿਰਫ ਜੰਗਾਂ ਲੜਨੀਆਂ ਸਿੱਖੀਆਂ ਸੀ ਗੁਰੂਆਂ ਆਪਦੇ ਗੁਰੂਆਂ ਦੇ ਇਤਿਹਾਸ ਪੜ੍ਹ ਕੇ, ਪਰ ਹੁਣ ਅਸੀਂ ਲੜਾਈ ਨੇ ਸਾਨੂੰ ਹਰ ਹੱਕ ਲੈਣੇ ਸਿਖਾਤੇ ਆ। ਤੇ ਅੱਜ ਅਸੀਂ ਇੱਥੇ ਬਿਜਲੀ ਮਹਿਕਮੇ ਦਾ ਸਮਰਥਨ ਕਰਨ ਆਏ ਆ, ਕਿਉਂਕਿ ਬਿਜਲੀ ਨੂੰ ਪ੍ਰਾਈਵੇਟ ਕੀਤਾ ਇਹਨਾਂ ਨੇ, ਵੇਚ ਦਿੱਤਾ ਅਬਾਨੀਆਂ ਅਡਾਨੀਆਂ ਨੂੰ। ਅਸੀਂ ਤਾਂ ਪਹਿਲਾਂ ਵੀ ਲੋਕਾਂ ਨੂੰ ਕਹਿੰਦੇ ਸੀ, ਇੱਥੇ ਪੁਲਿਸ ਵਾਲੇ ਵੀਰ ਵੀ ਖੜੇ ਸੀ, ਅਸੀਂ ਉਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਸਾਡਾ ਇੱਥੇ ਸਮਰਥਨ ਨਹੀਂ ਦਿੰਦੇ, ਪਰ ਟਾਈਮ ਦੇ ਵਿੱਚ ਜਦੋਂ ਤੁਹਾਡੇ ਮੋਢਿਆਂ ਦੇ ਉੱਤੇ ਅਬਾਨੀ ਅਡਾਨੀ ਪੁਲਿਸ ਲਿਖਿਆ ਗਿਆ ਨਾ, ਤੁਸੀਂ ਉਦੋਂ ਜ਼ਰੂਰ ਬੋਲੋਗੇ, ਪਰ ਅਸੀਂ ਉਦੋਂ ਵੀ ਤੁਹਾਨੂੰ ਸਮਰਥਨ ਕਰਨ ਆਵਾਂਗੇ, ਕਿਉਂਕਿ ਅਸੀਂ ਤਾਂ ਅੰਦੋਲਨ ਲੜਨੇ ਆ। ਅੱਜ ਅਸੀਂ ਬਿਜਲੀ ਮਹਿਕਮੇ ਦਾ ਸਮਰਥਨ ਕਰਨ ਆਏ ਆ, ਕਿਉਂਕਿ 4 ਰੁਪਏ ਯੂਨਿਟ ਦੇ ਨਾਲ ਮੈਨੂੰ 3000 ਬਿੱਲ ਆਉਂਦਾ। ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਮੈਨੂੰ 10,000 ਬਿਜਲੀ ਦਾ ਬਿੱਲ ਆਇਆ ਕਰੂਗਾ। ਤਾਂ ਮੇਰੇ ਜੇ ਇੱਕ ਆਮ ਮਿਡਲ ਕਲਾਸ ਕੁੜੀ ਆ ਮੈਂ, ਤਾਂ ਜੇ ਇਹ ਸਾਡੀਆਂ ਜੇਬਾਂ ਤੇ ਡੱਕ ਹੈ, ਤਾਂ ਜਿਹੜਾ ਬੰਦਾ 500 ਰੁਪਏ ਦਿਹਾੜੀ ਉਹਦੀ ਜੇਬ ਤੇ ਵੀ ਉਨਾ ਹੀ ਡੱਕ ਹੈ, ਕਿਉਂਕਿ ਜੇ ਉਹਨੂੰ ਬਿਜਲੀ ਦਾ ਬਿੱਲ 500 ਆਉਂਦਾ ਤਾਂ ਹੁਣ ਉਹਨੂੰ ਬਿਜਲੀ ਦਾ ਬਿੱਲ 1500 ਆਊਗਾ। ਠੀਕ ਆ, ਇਹ ਅਸੀਂ ਇਸੇ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਇੱਕ ਹਰ ਆਮ ਨਾਗਰਿਕ ਦੀ ਜੇਬ ਦੇ ਉੱਤੇ ਡੱਕ ਹੈ। ਉੱਠ ਕੇ ਬੋਲੋ, ਨਹੀਂ ਤਾਂ ਅੱਜ ਬਿਜਲੀ ਮਹਿਕਮਾ ਵਿਕਿਆ, ਕੱਲ ਨੂੰ ਪੁਲਿਸ ਮਹਿਕਮਾ ਵੀ ਵਿਕਣਾ ਤੇ ਸਕੂਲ ਵੀ ਵਿਕਣੇ ਆ। ਇੱਥੇ ਸੜਕਾਂ ਦੇ ਉੱਤੇ ਮੈਨੂੰ ਐ ਲੱਗਦਾ ਸਾਡੇ ਸਾਹ ਵੀ ਵਿਕ ਜਾਣੇ ਆ ਜੇ ਅਸੀਂ ਨਾ ਬੋਲੇ ਤਾਂ ਸਾਡੀ ਅਪੀਲ ਆ ਲੋਕਾਂ ਨੂੰ ਕਿ ਸਰਕਾਰ ਬੋਲੇ। ਕੀ ਲੱਗਦਾ ਮੈਡਮ, ਕੀ ਕਾਰਨ ਕੀ ਰਹੇ ਨੇ ਲਗਾਤਾਰ ਪ੍ਰਾਈਵੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਬਿਜਲੀ, ਕਦੀ ਕਿਸਾਨਾਂ ਨੂੰ, ਹੁਣ ਬਿਜਲੀ ਹੋ ਗਿਆ, ਕੀ ਕਾਰਨ ਨੇ ਇਹ? ਕਾਰਨ ਕੀ ਆ? ਅਬਾਨੀ ਅਡਾਨੀ ਬਣਾਉਣਾ ਚਾਹੁੰਦੇ ਆ, ਕਿਉਂਕਿ ਮੋਦੀ ਅਬਾਨੀ ਅਡਾਨੀਆਂ ਦੇ ਹੱਥੀ ਚੜਿਆ ਹੋਇਆ। ਉਹ ਸਾਰਾ ਜੋ ਵੀ ਸਾਡਾ ਬਣਦਾ, ਜਾਣੀ ਕਿ ਅਬਾਨੀ ਅਡਾਨੀ ਇਹ ਸੋਚਦੇ ਸੀ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣਾ, ਪਰ ਸਾਡੇ ਲੋਕਾਂ ਨੇ ਅਬਾਨੀ ਨੂੰ ਪੰਜਾਬ 'ਚ ਵੜਨ ਨਹੀਂ ਦਿੱਤਾ। ਹਰਿਆਣੇ ਉਹੀ ਚੀਜ਼ ਇਹ ਹੈ ਕਿ ਹੁਣ ਇੱਕ ਮਹਿਕਮਾ ਕਰਕੇ ਹਰ ਮਹਿਕਮਾ ਅਬਾਨੀ ਅਡਾਨੀਆਂ ਦੇ ਹੱਥਾਂ ਦੇਣਾ ਚਾਹੁੰਦੇ ਆ, ਕਿਉਂਕਿ ਮੈਨੂੰ ਐ ਲੱਗਦਾ ਕੁਝ ਜ਼ਿਆਦਾ ਹੀ ਲੈ ਕੇ ਖਾਧਾ ਵਿਆ ਅਬਾਨੀਆਂ ਅਡਾਨੀਆਂ ਤੋਂ ਮੋਦੀ ਨੇ, ਤਾਂ ਕਰਕੇ ਉਹ ਕਰਜ਼ਾ ਲੈ ਨਹੀਂ ਰਿਹਾ, ਤਾਂ ਉਹ ਮਹਿਕਮੇ ਆ ਜਿਹੜੇ ਉਹ ਵੇਚੇ ਜਾ ਰਹੇ ਨੇ। ਕੀ ਲੱਗਦਾ ਮੈਡਮ ਅਗਲਾ ਐਕਸ਼ਨ ਕੀ ਹੋਊਗਾ? ਜੋ ਅਸੀਂ ਇਹਨਾਂ ਦੇ ਸਮਰਥਨ 'ਚ, ਜੇ ਸਾਨੂੰ ਕਹਿ ਦੇਣਗੇ ਇੱਥੇ ਬਹਿਣਾ ਅਸੀਂ ਇੱਥੇ ਬਹਿ ਜਾਾਂਗੇ, ਜੇ ਕਹਿਣਗੇ ਅੱਗੇ ਵਧਣਾ ਅਸੀਂ ਅੱਗੇ ਵਧ ਜਾਾਂਗੇ। ਸਾਡਾ ਬਿਜਲੀ ਮਹਿਕਮੇ ਦੇ ਵੀਰਾਂ ਨੂੰ ਸਮਰਥਨ ਆ, ਅਸੀਂ ਉਹਨਾਂ ਦੇ ਸਮਰਥਨ 'ਚ, ਉਹ ਅਗਵਾਈ ਕਰਨਗੇ, ਜੋ ਸਾਨੂੰ ਕਹਿਣਗੇ ਸਾਡੇ ਸਿਰ ਮੱਥੇ ਹੋਊਗਾ। ਕੀ ਮੰਗਾਂ ਨੇ ਤੁਹਾਡੀਆਂ, ਕੀ ਕਾਰਨ ਰਹਿ ਗਏ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਹੁਣ? मांग हमारी जो हमारे मुनाफे में चल रहा बिजली डिपार्टमेंट है जी, सरकार उसका निजीकरण कर रही है। उसके विरोध में ये 2 साल से हमारी लड़ाई चल रही है और इसके लिए हमने कई रैलियां प्रदर्शन धरने किए हैं और 1-2 दिन की हड़ताल में कई बार किए हैं, लेकिन सरकार जो है किसी बात को जो है मानने को तैयार नहीं है और उस डिपार्टमेंट का निजीकरण कर रही है जो डिपार्टमेंट पिछले 5 साल से प्रॉफिट में चल रहा है। और चंडीगढ़ में बिजली का रेट जो है पूरे देश से सस्ता रेट है। उस सस्ते रेट वाली जो डिपार्टमेंट को सरकार सबसे महंगी बिजली देने वाले डिपार्टमेंट को बेच रही है। इसके खिलाफ क्योंकि पब्लिक भी इस करके खड़ी हुई है कि पब्लिक को भी इस बात की जानकारी है जो सरकार का फैसला जो है वो लोग विरोधी फैसला है। इस करके जहाँ ये कर्मचारी विरोधी फैसला है, जहाँ कर्मचारियों की सर्विस इफेक्ट होगी, उनकी पेंशन इफेक्ट होगी, उनके ड्यूज इफेक्ट होंगे, उनका सरकारी रुतबा खत्म होकर प्राइवेट बन जाएगा, उसके साथ साथ इसका बड़ा नुकसान जो है पब्लिक को भुगतना पड़ेगा। इस करके इस लड़ाई में पब्लिक ही साथ है और क्योंकि पब्लिक को जो डिपार्टमेंट 2.5 रुपये यूनिट दे रहा है, उस डिपार्टमेंट को जो प्राइवेट करने के बाद उस कंपनी का रेट जो है 8 रुपये 92 पैसे 300 यूनिट के बाद है, सीधा जो है असर जो है गरीब लोगों पर उसका पड़ेगा। जो गरीब मजदूर हैं, किसान हैं, वो जो है बिजली से जो है अलग हो जाएंगे, उनको बिजली से उनकी पहुंच बाहर हो जाएगी। इस करके ये लड़ाई जनता की भी है, एम्प्लॉय की लड़ाई है, इसको हम इकट्ठे लड़ाई लड़ रहे हैं और सरकार को हम डिमांड करते हैं सरकार ये निजीकरण का फैसला तुरंत रद्द करे। ਜੇਕਰ ਮੰਗਾਂ ਨਹੀਂ ਮੰਨਦੀ ਕੀ ਐਕਸ਼ਨ ਹੋਊਗਾ ਅਗਲਾ? ये मांगा न मानने का जो एक्शन हो रहा है कि हम अपने हाथ खड़े करके नोटिस देके हड़ताल करके अपने घरों में बैठे हुए हैं और अपनी तनख्वाह कटा के जो है ये हम प्रोटेस्ट कर रहे हैं। अगर सरकार फिर भी हमारी बात नहीं मानती है तो हम इस लड़ाई को और भी जो है अनिश्चित काल के लिए बढ़ाएंगे। ਲੱਗਦਾ ਨਹੀਂ ਕਿ ਇਸ ਦੇ ਨਾਲ ਪ੍ਰਸ਼ਾਸਨ ਨੂੰ ਦਿੱਕਤ ਆਵੇਗੀ ਤੇ ਆਮ ਲੋਕਾਂ ਨੂੰ ਵੀ ਦਿੱਕਤ ਆਵੇਗੀ? सरकार ने इंतजाम किया हुआ है, वो बातचीत करके मुद्दा हल करने की बजाय सरकार जो है उन मुद्दों को हल करने की बजाय फैसला गलत जो किया है उसको वापस करने की बजाय कहते हैं कि पंजाब से बंदे मंगा लेंगे, हरियाणा से बंदे मंगा लेंगे, पीजी से बंदे मंगा लेंगे, ये बिजली हम चलाएंगे। इस करके सरकार जो है वो बातचीत करने के बजाय मुद्दे हल करने के बजाय ये रास्ता जो अख्तियार कर रही है। सरकार की ड्यूटी बनती है सरकार बिजली चलाए, हम अपने घरों में बैठ के जो है हमारी नौकरी तो वैसे खतरे में है, अपने घर में बैठ के जो है हम आराम करेंगे। ਪਹਿਲਾਂ ਗਵਰਨਮੈਂਟ ਰੇਟ ਕੀ ਸੀਗਾ ਤੇ ਪ੍ਰਾਈਵੇਟ ਰੇਟ ਕੀ ਹੋਊਗਾ ਹੁਣ? जो रेट इस टाइम बिजली का है वो 2.5 रुपये यूनिट है 300 यूनिट तक। जो नई कंपनी आ रही है उसका कलकत्ते का रेट 25 यूनिट तक जो है
4 रुपये 89 पैसा है। 300 यूनिट तक जो उसका रेट जो है 7 रुपये 16 पैसे बनता है, और 300 यूनिट से ऊपर उसका रेट जो है 8 रुपये 92 पैसे है। चंडीगढ़ में मैक्सिमम रेट जो है 4 रुपये 65 पैसे है। ये सीधा फर्क जो है आप देख लो। ਕੀ ਕਾਰਨ ਰਹੇ ਨੇ ਕਿ ਚੰਡੀਗੜ੍ਹ ਦੇ ਵਿੱਚ ਇੱਕੋ ਦਮ ਪ੍ਰਾਈਵੇਟ ਸੈਕਟਰ ਲਾਗੂ ਕਰਤਾ ਹੈ? ਕੀ ਕਾਰਨ ਰਹੇ ਨੇ ਇਹਦੇ? कारण तो यही है कि 25,000 करोड़ की जो है प्रॉपर्टी सामने दिख रही है। 1,000 करोड़ का हमारा टर्नओवर है। 1,000 करोड़ हमने पिछले 5 साल में प्रॉफिट कमाया है, उसको आप 871 करोड़ में बेच रहे हो, तो ये बात समझ में सरेआम आती है, इसमें कोई दाल में जरूर काला है। ਕੀ ਨਾਮ ਹੈ ਤੇ ਕਿੱਥੇ ਦੀ ਰਿਹਾਇਸ਼ ਹੈ ਤੁਹਾਡੀ? मेरा नाम कुलदीप कुमार है, वार्ड नंबर 26 से काउंसलर हूँ आम आदमी पार्टी से। ਜੀ ਸਰ ਦੇਖਿਆ ਜਾਵੇ ਪਿਛਲੇ ਦਿਨੀ ਬਿਜਲੀ ਕੌਂਸਲ ਜਿਹੜੀ ਆ ਬਿਜਲੀ ਮਹਿਕਮੇ ਦੀ ਗੱਲ ਕੀਤੀ ਜਾਵੇ ਜੋ ਕਿ ਪ੍ਰਾਈਵੇਟ ਘਰਾਂ ਨੂੰ ਦਿੱਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਉਹਨੂੰ? ये बेसिकली बड़ा दुखद है, और जो ये बीजेपी सरकार हर डिपार्टमेंट को बेचने का काम कर रही है, मुझे तो लगता है कि ये सरकार नहीं ईस्ट इंडिया कंपनी टाइप चला रही है कि हर डिपार्टमेंट को बेचा जा रहा है, निजीकरण किया जा रहा है। मुझे समझ नहीं आती कि वो लोग निजीकरण कर क्यों रहे हैं, जब ऑलरेडी हमारा बिजली डिपार्टमेंट बेनिफिट में चल रहा है और अच्छी तरीके से काम हो रहा है, तो वो क्यों निजीकरण करने में लगे हुए हैं। तो बीजेपी सरकार को मैं ये कहना चाहूँगा, हमारे जो माननीय प्रधानमंत्री जी मोदी जी हैं, कि डिपार्टमेंटों को बेचना बंद किया जाए, जिस कारण ये जो आप आम आदमी के ऊपर भी इसका बोझ पड़ता है। जो निजीकरण के बाद जो रेट बढ़ते हैं वो आम आदमी के ऊपर भी बहुत ज़्यादा बोझ पड़ रहा है, तो इसे बंद किया जाए जो निजीकरण कर रहे हैं। ਦੇਖਿਆ ਜਾਵੇ ਤਾਂ ਆਮ ਬੰਦੇ ਨੂੰ ਦਿੱਕਤ ਆ ਰਹੀ ਹੈ। ਸੈਕਟਰੀਏਟ ਗਵਰਨਰ ਹਾਊਸ ਜੋ ਕਿ ਬਿਜਲੀ ਹੈਗੀ ਆ, ਕਿਵੇਂ ਦੇਖਦੇ ਹੋ ਵੀ ਆਮ ਬੰਦੇ ਨੂੰ ਦਿੱਕਤਾਂ ਨਹੀਂ ਆ ਰਹੀਆਂ? अब होता क्या है, जैसे गवर्नर हाउस बताया आपने और सेक्रेटरीट बताया, उनका बेसिकली उन्होंने अपने बाहर से जो लोग हैं वो हायर कर लिए। हमारे जो बिजली विभाग के जो लोग हैं उन्हें धमकियां दी जा रही हैं, काम पे आ जाइए नहीं तो नौकरी से निकाल देंगे। मतलब प्रॉपरली इतनी धक्काशाही है कि इन लोगों को इतना मजबूर किया जाए कि हड़ताल छोड़ के ये अपने हकों की मांग भी ना करें और हमारे काम पे आ जाएँ। बेसिकली ये बहुत ज़्यादा धक्केशाही कर रहे हैं वो लोग। ਕੀ ਲੱਗਦਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕੀ अगली कार्रवाई की होंगी? हमारी तरफ से पूरी आम आदमी पार्टी इसका खुलकर विरोध करेगी। अगर हमें रोड जाम भी करना पड़ा तो हम बिजली कर्मचारियों के साथ और सीटीयू जो हमारे भाई हैं बस ड्राइवर वगैरह उनके साथ मिलकर रोड जाम करेंगे और इस सरकार को झुका के रहेंगे। जो वो आज कर रहे हैं निजीकरण, ये बहुत ज़्यादा गलत है और हम इसका पूर्ण शब्दों में कड़ी निंदा करते हैं। ਗੱਲ ਕੀਤੀ ਜਾਵੇ ਸਰਕਾਰੀ ਤੇ ਪ੍ਰਾਈਵੇਟ ਦੀ, ਪਹਿਲਾਂ ਕਿੰਨੀ ਯੂਨਿਟ ਸੀਗੀ मतलब ਤੇ ਹੁਣ ਕਿੰਨੀ ਹੈ? पहले जो यूनिट थी 2-2.5 रुपये यूनिट थी और आम बंदे की मतलब पॉकेट में आ जाती थी। अब जो पता लग रहा है कि उसे डबल ट्रिपल कर दिया जाएगा, 8 या 10 रुपये यूनिट कर दिया जाएगा, जिससे कि आम आदमी के ऊपर बहुत ज़्यादा बोझ पड़ेगा। वो जो 10 से 15,000 रुपये डीसी रेट यहाँ पर चंडीगढ़ में है, उसमें अपने घर का गुजारा करना औखा हो रहा है। तो वो कैसे मतलब वो बिजली का बिल भरेगा उस टाइम वो, या अपना घर चलाएगा? बड़ा मतलब मुश्किल का समय है ये। उस पर बस भी प्राइवेटाइजेशन कर दिया, उनका भी किराया बढ़ जाएगा, तो कैसे लोग मतलब सफ़र कर पाएंगे? ये बीजेपी सरकार को थोड़ा सोचना चाहिए कि आम लोगों के लिए थोड़ा सोच लिया जाए। हर डिपार्टमेंट को प्राइवेटाइजेशन कर जा रहे हैं, बेचते जा रहे हैं दिन पे दिन। रेलवे बेच दी, एयरपोर्ट बेच दिए, आज बिजली कर्मचारी का डिपार्टमेंट बेच दिया, सीटीयू बेच दिया। करना कहना क्या चाह रहे हैं? मतलब खुद पे सरकार चलानी नहीं आ रही है, ये जो उनके पास पैसा नहीं है, क्या कहना क्या चाहते हैं ये? ਕੀ ਲੱਗਦਾ ਕਿ ਆਮ ਲੋਕਾਂ ਨੂੰ ਇਹਦੇ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਪਹਿਲਾਂ ਬਿਜਲੀ ਸਸਤੀ ਤੇ ਹੁਣ ਤੇ ਮਹਿੰਗੀ ਆ? ਕੀ ਲੱਗਦਾ ਜੋ ਕਿ ਪੀਐਮ ਵੱਲੋਂ ਕਿਹਾ ਜਾਂਦਾ ਸੀ ਅਕਸਰ ਕਿ ਅੱਛੇ ਦਿਨ ਆਉਣਗੇ, ਕੀ ਲੱਗਦਾ ਕਿ ਇਹਦੇ ਨਾਲ ਅੱਛੇ ਦਿਨ ਆਉਣਗੇ ਹੁਣ ਫਿਰ? ये बहुत अच्छे दिन जा दिए, इससे अच्छे तो बुरे दिन अच्छे थे हमारे। कम से कम टाइम से रोटी मिल जाती थी, पानी मिल रहा था, बिजली मिल रही थी। अब तो सब कुछ निजीकरण कर दिया। ऐसे अच्छे दिन नहीं, ऐसे अच्छे दिनों की आशंका नहीं की थी मोदी जी से। मोदी जी अच्छे दिन वो थे जब बंदा आराम से अपने घर में रोटी खा लेता था और आराम से सफ़र कर लेता था। आज आप हर चीज़ को तो प्राइवेटाइजेशन कर रहे हो, हर चीज़ के किराए बढ़ रहे हैं, बिजली के रेट बढ़ा दिया आपने निजीकरण करने के बाद। ये हर चीज़ को क्यों बेच रहे हैं? और ये इससे बुरे दिन मैं नहीं मानता कभी आ सकते हैं। तो ਸਾਡੇ ਨਾਲ ਕੋਈ ਕਰਮੀ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ ਜੀ? मेरा नाम रघुवीर चंद जी, चंडीगढ़ एडमिनिस्ट्रेशन एंड एमसी एम्प्लॉइज फेडरेशन चंडीगढ़ फेडरेशन ਦਾ ਮੈਂ ਪ੍ਰਧਾਨ ਹੈ। ਜੀ ਜੀ ਔਰ ਕਿਵੇਂ ਦੇਖਦੇ ਹੋ ਨਿੱਜੀਕਰਨ ਕੀਤਾ ਜਾ ਰਿਹਾ ਬਿਜਲੀ ਮਹਿਕਮੇ ਦਾ? ਬਿਜਲੀ ਦਾ ਨਿੱਜੀਕਰਨ ਇੱਦਾਂ ਕੀਤਾ ਜਾ ਰਿਹਾ ਕਿ ਜਿਹੜਾ ਸਰਕਾਰ ਨੂੰ ਪ੍ਰੋਫਿਟ ਦੇ ਰਿਹਾ ਡਿਪਾਰਟਮੈਂਟ ਕਮਾ ਕੇ, ਔਰ ਜਿਹੜੇ ਮੁਲਾਜ਼ਮ ਹੈ ਜਿਹੜੇ 2000 ਦੀ ਗੈਦਰ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ, ਅੱਜ ਉਹ 600 ਮੁਲਾਜ਼ਮ ਹੈਗਾ ਔਰ 400 ਕੁ ਮੁਲਾਜ਼ਮ ਜਿਹੜਾ ਹੈਗਾ ਕਨੈਕਟ ਦਾ ਹੈਗਾ। ਅੱਜ 2000 ਦੇ ਅੱਧੇ ਮੁਲਾਜ਼ਮ ਕੰਮ ਕਰ ਰਹੇ ਆ ਔਰ ਬਿਜਲੀ ਦੇ ਵਿੱਚ ਇੱਕ ਮੁਲਾਜ਼ਮ ਜਗ੍ਹਾ 2-2 3-3 ਵਰਕਰ ਕੰਮ ਇੱਕ ਮੁਲਾਜ਼ਮ ਕਰ ਰਿਹਾ। ਔਰ ਜਿਤਨਾ ਵੀ ਬਿਜਲੀ ਆ ਔਰ ਬਿਜਲੀ ਦੇ ਵਿੱਚ ਸਾਥੀ ਦਿਨ ਰਾਤ ਡਿਊਟੀਆਂ ਕਰ ਰਹੇ ਆ ਔਰ ਸਰਕਾਰ ਨੂੰ ਜਿਹੜਾ ਉਹ ਪ੍ਰੋਫਿਟ ਕਮਾ ਕੇ ਦੇ ਰਹੇ ਆ। ਔਰ ਸਰਕਾਰ ਜਿਹੜਾ 365 ਕਰੋੜ ਦਾ ਜਿਹੜਾ ਪ੍ਰੋਫਿਟ ਦੇ ਰਹੀ ਆ
ਉਸ ਡਿਪਾਰਟਮੈਂਟ ਨੂੰ ਇਹ ਸਾਲ ਦੇ ਜਿਹੜੇ ਵਿੱਚ ਹੈ ਉਹ ਦੇ ਰਿਹਾ ਰੋਜ਼ ਦਾ 1 ਕਰੋੜ ਰੁਪਇਆ। ਸਰਕਾਰ ਉਹਨੂੰ 870 ਕਰੋੜ ਚ ਵੇਚਣ ਜਾ ਰਹੀ ਆ। ਇਹ ਜਿਹੜਾ ਮੁੱਦਾ ਇਹ ਜਿਹੜਾ ਡਿਪਾਰਟਮੈਂਟ ਦਾ ਮੁੱਦਾ ਨਹੀਂ ਹੈ, ਇਹ ਕਿਸੇ ਡਿਪਾਰਟਮੈਂਟ ਦਾ ਨਹੀਂ, ਇਹ ਆਮ ਜਿਹੜੀ ਪਬਲਿਕ ਆ, ਆਮ ਜਿਹੜੇ ਚੰਡੀਗੜ੍ਹ ਦੇ ਵਸਿੰਦੇ ਆ ਉਹਨਾਂ ਦਾ ਮੁੱਦਾ ਹੈਗਾ। ਜਿਹੜੇ ਅੱਜ ਸਾਨੂੰ ਸਸਤੀ ਬਿਜਲੀ ਦੇ ਰਹੇ ਆ, 4 ਰੁਪਏ ਤੱਕ ਯੂਨਿਟ ਪੈਂਦੀ ਆ ਔਰ 24 ਘੰਟੇ ਬਿਜਲੀ ਮਿਲ ਰਹੀ ਆ, ਔਰ ਜਿਹੜੀ ਸਰਕਾਰ ਆ ਉਹ ਨਿੱਜੀ ਕਰਨਾ ਜਿਹੜੀ ਸਭ ਤੋਂ ਕਰਪਟ ਕੰਪਨੀਆਂ ਉਹਨਾਂ ਨੂੰ ਵੇਚਣ ਜਾ ਰਹੀ ਆ, ਜਿਨ੍ਹਾਂ ਦੇ ਬਿੱਲ ਜਿਹੜੇ ਆ ਮੀਟਰ ਦੇ ਵਾਸਤੇ ਘੁੰਮਣੇ ਆ। ਸਾਨੂੰ ਉਹ ਜਿਹੜਾ ਬਿੱਲ ਅੱਜ ਕਿਸੇ ਦਾ 2000 3000 4000 ਤੇ ਵੱਧ ਨਹੀਂ ਜਾਂਦਾ, ਵੱਧ ਤੋਂ ਵੱਧ ਗਰਮੀਆਂ 'ਚ ਵੀ ਜੇ ਏਸੀ ਚੱਲ ਰਹੇ ਆ ਉਹ ਸਰ ਜਿਹੜਾ ਬਿੱਲ ਆਣੇ ਆ ਉਹ ਬਿੱਲ ਬਹੁਤ ਜ਼ਿਆਦਾ ਆਣੇ ਆ। ਬਿਜਲੀ ਸਾਨੂੰ ਮਿਲਣੀ ਨਹੀਂ, ਫਿਰ ਅਸੀਂ ਲੋਕਾਂ ਨੂੰ ਜਦੋਂ ਫੋਨ ਕਰਨੇ ਆ ਉਹ ਜਿਹੜੇ ਵੱਡੇ ਘਰਾਣੇ ਆ ਪ੍ਰਾਈਵੇਟ ਸਿਸਟਮ ਆ ਉਹਨਾਂ ਨੇ ਫੋਨ ਵੀ ਨਹੀਂ ਚੱਕਣੇ, ਫਿਰ ਅਸੀਂ ਜਾਣਾ ਕਿੱਥੇ ਆ? ਜਿਹਦਾ ਦਿਨ ਰਾਤ ਸਾਨੂੰ ਹਨੇਰੇ ਤੋਂ ਮਰਨਾ ਪੈਣਾ। ਜਿਵੇਂ ਅੱਜ ਰਾਤ ਬਿਜਲੀ ਬੰਦ ਹੋਈ ਆ, ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗਿਆ ਕਿ ਵੀ ਜਿਹੜੀ ਸਾਡੀ ਬਿਜਲੀ ਸਸਤੀ ਵੇਚਣ ਜਾ ਰਹੇ ਆ ਇਹ ਨਿੱਜੀਕਰਨ ਹੋ ਰਿਹਾ, ਇਹਨੂੰ ਰੋਕਣ ਵਾਸਤੇ ਚਾਹੀਦਾ। ਤੋਂ ਸਾਥੀ ਤੋਂ ਬੜਾ ਫਰਕ ਪੈ ਰਿਹਾ। ਹੁਣ ਜੇ ਕਹਿਣ ਕਿ ਵੀ ਬਿਜਲੀ ਵਾਲੇ ਹੜਤਾਲ ਤੇ ਬੈਠੇ ਆ, ਇਹਨਾਂ ਨੇ ਬਿਜਲੀ ਬੰਦ ਕਰ ਦੀ, ਇਹਨਾਂ ਨੇ ਫਲਟ ਪਾ ਦਿਆ, ਇਹ ਸਰਕਾਰ ਦੀ ਗਲਤ ਸੋਚ ਆ। ਬਿਜਲੀ ਵਾਲੇ ਇੱਥੇ ਬੈਠੇ ਆ, ਚਲਾਉਣ ਵਾਲਾ ਕੋਈ ਹੋਰ ਕਰਪਟ ਬੰਦਾ ਹੋ ਸਕਦਾ। ਅੱਜ ਦੇਖੋ ਹਨੇਰੀ ਚੱਲ ਰਹੀ ਆ, ਅੱਜ ਹਨੇਰੀ ਦੇ ਵਿੱਚ ਤਾਰਾਂ ਟੁੱਟ ਕੇ ਗਿਰ ਗਈਆਂ। ਅੱਜ ਕੁਝ ਟਰਾਂਸਫਾਰਮਰਾਂ ਦੇ ਜਿਹੜੇ ਫਿਊਜ਼ ਉੱਡ ਗਏ ਆ, ਜੇ ਹੁਣ ਉਹ ਤਾਰਾਂ ਟੁੱਟ ਕੇ ਗਿਰ ਗਈ, ਫਿਊਜ਼ ਉੱਡ ਗਏ, ਬਿਜਲੀ ਬੰਦ ਹੋ ਗਈ, ਇਹ ਮੁਲਾਜ਼ਮ ਤਾਂ ਇੱਥੇ ਬੈਠੇ ਆ। ਇਹ ਤਾਂ ਭਾਈ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਵੀ ਇਹਨਾਂ ਦੀ ਜਿਹੜੀ ਡਿਮਾਂਡ ਜਾਇਦਾਦ ਆ ਉਹਨੂੰ ਮੰਨਿਆ ਜਾਏ। ਹੁਣ ਦੇਖੋ ਇਹਦੇ ਵਿੱਚ ਤਾਂ ਪ੍ਰਮਾਤਮਾ ਹੀ ਸਾਥ ਦੇ ਰਿਹਾ ਸਾਡਾ। ਹਨੇਰੀ ਚੱਲ ਗਈ, ਝੱਖੜ ਚੱਲ ਗਿਆ, ਤਾਰਾਂ ਟੁੱਟ ਗਈਆਂ। ਤੋਂ ਜਿਹੜਾ ਸਾਡਾ ਫੈਸਲਾ ਹੋਊਗਾ, ਜਿਹੜਾ ਅਗਲਾ ਸਾਡੀ 22 23 24 ਦੀ ਹੜਤਾਲ ਆ, ਉਸ ਤੋਂ ਬਾਅਦ ਇਹ ਸਰਕਾਰ ਲੈਣ ਤੇ ਨਾ ਆਈ, ਸਾਡੇ ਜਿਹੜੇ ਮੁੱਦੇ ਨਾ ਮੰਨੇ, ਫਿਰ ਆਉਣ ਵਾਲਾ ਜਿਹੜਾ ਸੰਘਰਸ਼ ਆ ਉਹ ਸਾਡੀ ਜਿਹੜੀ ਆਲ ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਆ ਉਹਦੇ ਨਾਲ ਬੈਠ ਕੇ ਮੀਟਿੰਗ ਹੋਏਗੀ। ਅਗਲਾ ਜਿਹੜਾ ਨਿਰਣਾ ਹੋਏਗਾ ਕਿ ਉਹ ਚੰਡੀਗੜ੍ਹ ਨੂੰ ਜਾਮ ਕਰਨਾ ਜਾਂ ਚੰਡੀਗੜ੍ਹ ਹੜਤਾਲ ਕਰਨੀ, ਉਹ ਅਸੀਂ ਆਪਣੀ ਮੀਟਿੰਗ 'ਤੇ ਫੈਸਲਾ ਕਰਾਂਗੇ ਔਰ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ। ਲੋਕ ਸਾਨੂੰ ਸਮਰਥਨ ਦੇ ਰਹੇ ਆ ਕਿ ਜਿਹੜੀ ਉਹਨਾਂ ਨੂੰ ਬਿਜਲੀ ਸਸਤੀ ਮਿਲ ਰਹੀ ਆ, 24 ਘੰਟੇ ਬਿਜਲੀ ਮਿਲ ਰਹੀ ਆ, ਉਹ ਜਿਹੜੇ ਵੱਡੇ ਘਰਾਣੇ ਆ ਉਹਨੂੰ ਖਰੀਦਣ ਜਾ ਰਹੇ ਆ। ਲੋਕ ਇਸ ਗੱਲ ਨੂੰ ਸਮਝ ਰਹੇ ਆ ਔਰ ਲੋਕ ਸਾਡੇ ਨਾਲ ਜੁੜ ਰਹੇ ਆ, ਜਿੱਥੇ ਸੰਯੁਕਤ ਮੋਰਚਾ, ਕਿਸਾਨ ਮੋਰਚਾ ਔਰ ਜਿਹੜੇ ਸਾਡੇ ਸੰਯੁਕਤ ਕਰਮਚਾਰੀ ਮੋਰਚਾ, ਫੈਡਰੇਸ਼ਨਾਂ, ਸਾਰੇ ਡਿਪਾਰਟਮੈਂਟ ਸਾਡੇ ਨਾਲ ਜੁੜ ਰਿਹਾ। ਇਸ ਮੁੱਦੇ ਦਾ ਪੋਲੀਟੀਕਲ ਪਾਰਟੀਆਂ ਜਿਵੇਂ ਕਾਂਗਰਸ ਬੈਠੀ ਆ ਜਾਂ ਆਮ ਪਾਰਟੀ ਬੈਠੀ ਆ, ਉਹ ਵੀ ਸਾਡੀ ਸਪੋਰਟ ਜਾਂ ਇਹਦਾ ਵਿਰੋਧ ਕਰ ਰਹੇ ਆ ਔਰ ਅਸੀਂ ਚੰਡੀਗੜ੍ਹ ਦੇ ਵਿੱਚ ਘਰ ਘਰ ਜਾ ਕੇ ਇਹਦਾ ਵਿਰੋਧ ਕਰਾਂਗੇ ਔਰ ਲੋਕਾਂ ਨੂੰ ਜਾ ਕੇ ਦੱਸਾਂਗੇ ਕਿ ਵੀ ਸਾਨੂੰ ਇਹ ਬਿਜਲੀ ਦਾ ਸਸਤੀ ਮਿਲ ਰਹੀ ਆ। ਅਗਰ ਪ੍ਰਾਈਵੇਟ ਹੋਗੀ ਤਾਂ ਇਹ ਬੜੇ ਘਰ ਜਾ ਕੇ ਸਾਨੂੰ ਪਹਿਲੀ ਬਿਜਲੀ ਮਹਿੰਗੀ ਮਿਲੇਗੀ। ਜੀ 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 ਕੀ ਲੱਗਦਾ ਕਿ ਹੱਲ ਨਿਕਲੇਗਾ ਜੀ? ਤਾਂ ਇਹਦਾ ਹੱਲ ਤਾਂ ਹੁਣ ਸਰਕਾਰ ਨੇ ਦੇਖਣਾ ਜੀ ਵੀ ਹੱਲ ਨਿਕਲੇਗਾ ਕਿ ਨਹੀਂ ਨਿਕਲੇਗਾ। ਅਸੀਂ ਤਾਂ ਆਪਣਾ ਸਰਕਾਰ ਨੂੰ ਨੋਟਿਸ ਦੇ ਕੇ ਤਿੰਨ ਦਿਨ ਦੀ ਸਟ੍ਰਾਈਕ ਰੱਖੀ ਸੀਗੀ, ਉਹ ਅਸੀਂ ਸਟ੍ਰਾਈਕ ਤੇ ਪੂਰੇ ਆਪਣੇ ਅੜੇ ਹੋਏ ਕਰਾਂਗੇ। ਜਦ ਤੱਕ ਸਾਡੀ ਡਿਮਾਂਡਾਂ ਸਾਡੀਆਂ ਹੱਲ ਨਹੀਂ ਹੁੰਦੀਆਂ ਅਸੀਂ ਆਪਣਾ ਪੂਰਾ ਉਹ ਕਰਾਂਗੇ। ਉਸ ਤੋਂ ਬਾਅਦ ਵੀ 3 ਦਿਨ ਤੋਂ ਬਾਅਦ ਵੀ ਸਰਕਾਰ ਜੇ ਨਹੀਂ ਮੰਨਦੀ ਹੈ ਤਾਂ ਸਾਡੀ ਯੂਨੀਅਨ ਫੈਸਲਾ ਕਰੇਗੀ। ਸਾਡੀ ਆਲ ਇੰਡੀਆ ਦੀ ਸਾਰੀ ਯੂਨੀਅਨ ਆਈ ਹੋਈ ਹੈ, ਉਹ ਫੈਸਲਾ ਕਰੇਗੀ ਅੱਗੇ ਅਸੀਂ ਕੀ ਕਰਨਾ। ਹੋ ਸਕਦਾ ਅਸੀਂ ਕੰਟੀਨਿਊ ਵੀ ਜਾ ਸਕਦੇ ਹਾਂ ਜੇ ਸਰਕਾਰ ਨੇ ਨਾ ਸਾਡਾ ਕੋਈ ਗੱਲ ਮੰਨੀ ਗਈ। ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਵੇਂ ਦੇਖਦੇ ਹੋ? ਆਮ ਲੋਕਾਂ ਨੂੰ ਹੁਣ 3 ਦਿਨਾਂ ਵਾਸਤੇ, ਮੈਂ ਹਰਕੇਸ਼ ਚੰਦ ਹਾਰਟੀਕਲਚਰ ਪ੍ਰੈਜ਼ੀਡੈਂਟ MC, ਤੇ ਲੋਕਾਂ ਨੂੰ ਹੁਣ 3 ਦਿਨ ਦਾ ਤਾਂ ਸਾਹਮਣਾ ਕਰਨਾ ਪੈ ਰਿਹਾ। ਇਹ ਸਾਰੀ ਜ਼ਿੰਦਗੀ ਦੀ ਛੂਟ ਹੋ ਜਾਊਗੀ, ਠੀਕ ਹੈ ਨਾ, ਜੇ ਡਿਪਾਰਟਮੈਂਟ ਇਦਾਂ ਹੀ ਰਿਹਾ। ਜੇ ਹੁਣ ਜਿੱਦਾਂ ਇਹ ਪ੍ਰਾਈਵੇਟ ਕਰਨ ਜਾ ਰਹੇ ਹੈ, 2500 ਕਰੋੜ ਦੀ ਪ੍ਰਾਪਰਟੀ 870 ਕਰੋੜ ਚ ਦਈ ਜਾ ਰਹੀ ਹੈ। ਇਹ ਦੇਖੋ ਨਜਾਇਜ਼ ਹੈ। ਕੋਈ ਵੀ ਕੰਪਨੀ ਆਂਦੀ ਹੈ, ABC ਜਿਹੜੀ ਮਰਜ਼ੀ ਆਂਦੀ ਹੈ, ਪ੍ਰੋਫਿਟ ਵਾਸਤੇ ਆਂਦੀ ਹੈ। ਜੇ ਘਾਟਾ ਇਹਦੇ 'ਚ ਕੰਪਨੀ ਨਾ ਲਵੇ। ਇਸ ਕਰਕੇ ਸਾਡੀ ਤਾਂ ਇਹ ਬੇਨਤੀ ਹੈ, ਅਸੀਂ ਤਾਂ ਨਾਲ ਖੜੇ ਹਾਂ। ਸਾਡੀ ਫੈਡਰੇਸ਼ਨ ਰਘਵੀਰ ਚੰਦ ਜੀ ਪ੍ਰਧਾਨ ਹੈ ਫੈਡਰੇਸ਼ਨ ਦੇ, ਗੋਪਾਲ ਦੱਤ ਜੋਸ਼ੀ ਜੀ ਜਿਹੜੇ ਜਨਰਲ ਸੈਕਟਰੀ ਹੈ। ਕਰੋੜਾਂ ਰੁਪਏ ਦਾ ਹੁਣ ਇਹ ਤਾਂ ਦੇਖੋ, ਆਪਾਂ ਚੰਡੀਗੜ੍ਹ ਦੀ ਜਿਹੜੀ ਇੱਥੇ ਪਬਲਿਕ ਹੈ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਰੇ ਜਾਗੋ, ਠੀਕ ਹੈ, ਸਾਰੇ ਇਹ ਜਥੇਬੰਦੀਆਂ ਨਾਲ ਖੜੋ, ਮੁਲਾਜ਼ਮਾਂ ਨਾਲ ਖੜੋ। ਅੱਜ ਤੁਹਾਡਾ ਫਾਇਦਾ, ਨਹੀਂ ਤਾਂ ਜਿਹੜਾ ਆਉਣ ਵਾਲਾ ਬਿੱਲ ਹੈ 4000 ਰੁਪਏ ਹੁਣ ਜਿੱਦਾਂ ਆਂਦਾ 10-10 ਰੁਪਇਆ ਬਿੱਲ ਆਊਗਾ। ਜਿੱਦਾਂ ਹੁਣ ਜੀਓ ਕੰਪਨੀ ਹੈ, ਜੀਓ ਕੰਪਨੀ 1 ਸਾਲ ਇਹਨਾਂ ਨੇ ਫ੍ਰੀ ਦੀ, ਅੰਬਾਨੀ ਅਡਾਨੀ ਨੇ। ਉਸ ਤੋਂ ਬਾਅਦ ਹੁਣ 800 ਰੁਪਏ ਦਾ ਰੀਚਾਰਜ ਹੁੰਦਾ। ਉਹੀ ਸਾਰੀਆਂ ਕੰਪਨੀਆਂ ਉਹਨੇ ਫੇਲ ਕਰਦੀਆਂ। ਇਸ ਕਰਕੇ ਅਸੀਂ ਤਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। 22 23 24 ਦੀ ਹੜਤਾਲ ਹੈ ਇਹਨਾਂ ਦੀ। ਆਉਣ ਵਾਲੇ ਸਮੇਂ 'ਚ ਜੋ ਵੀ ਫੈਡਰੇਸ਼ਨ ਦਾ, ਜਥੇਬੰਦੀਆਂ ਦਾ ਜੋ ਵੀ ਫੈਸਲਾ ਹੋਊਗਾ, ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੀ। ਧੰਨਵਾਦ। ਕੀ ਲੱਗਦਾ ਕਾਰਨ ਕੀ ਰਹੇ ਨੇ ਜੋ ਕਿ ਪ੍ਰਾਈਵੇਟ ਘਰਾਣੇ ਨੂੰ ਦਿੱਤੀ ਜਾ ਰਹੀ ਹੈ ਬਿਜਲੀ, ਹਰੇਕ ਚੀਜ਼ ਵੇਚੀ ਜਾ ਰਹੀ ਹੈ? ਕੀ ਕਾਰਨ ਹੋ ਰਹੇ ਨੇ? ਕਮਾਈ ਹੈ ਜੀ, ਕਮਾਈ ਹੈ, ਅਰਬਾਂ ਰੁਪਏ ਦੀ ਕਮਾਈ ਹੈ। 1 ਕਰੋੜ ਰੁਪਇਆ ਰੋਜ਼ ਦੀ ਇਨਕਮ ਹੈ ਬਿਜਲੀ ਡਿਪਾਰਟਮੈਂਟ ਨੂੰ। ਫਿਰ ਕਿਉਂ ਪ੍ਰਾਈਵੇਟ ਕਰਿਆ ਜਾ ਰਿਹਾ? ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਵੀ ਕਿਉਂ ਪ੍ਰਾਈਵੇਟ ਕੀਤਾ ਜਾ ਰਿਹਾ ਇਸ ਨੂੰ, ਵੀ ਪ੍ਰਾਈਵੇਟ ਬਿਲਕੁਲ ਨਹੀਂ ਹੋਣਾ ਚਾਹੀਦਾ। ਠੀਕ ਹੈ, ਹੁਣ ਮੁਲਾਜ਼ਮ ਹੈ ਇਹ, ਮੁਲਾਜ਼ਮਾਂ ਨੂੰ ਕਿੱਥੇ ਭੇਜਿਆ ਜਾਊਗਾ?
ਜੇ ਕੱਲ ਨੂੰ ਪ੍ਰਾਈਵੇਟ ਕਰ ਦਿੰਨੇ ਆ ਇਹ, ਵੈਸੇ ਕੋਰਟ 'ਚ ਕੇਸ ਚੱਲਦਾ, ਇਹ ਕੋਰਟ ਕਚਹਿਰੀਆਂ ਨੂੰ ਵੀ ਮੰਨਦੇ ਨਹੀਂ। ਇਸ ਕਰਕੇ ਸਾਡੀ ਤਾਂ ਇਹ ਬੇਨਤੀ ਹੈ ਵੀ ਇਸ ਨੂੰ ਰੋਕਿਆ ਜਾਵੇ ਨਿੱਜੀਕਰਨ ਨੂੰ। ਧੰਨਵਾਦ। ਬੀਜੇਪੀ ਸਰਕਾਰ ਵੱਲੋਂ ਲਗਾਤਾਰ ਕਿਹਾ ਜਾਂਦਾ ਸੀ ਅੱਛੇ ਦਿਨ ਲੈ ਕੇ ਆਉਣਗੇ, ਕੀ ਲੱਗਦਾ ਕਿ ਅੱਛੇ ਦਿਨ ਆ ਚੁੱਕੇ ਨੇ? ਅੱਛੇ ਦਿਨ ਤੁਸੀਂ ਦੇਖ ਰਹੇ ਆ ਜੀ ਕਿ ਦੇਸ਼ ਦੇ ਅੰਦਰ ਕੀ ਹੋ ਰਿਹਾ, ਗੁੰਡਾਗਰਦੀ ਹੋ ਰਹੀ ਆ, ਹੱਤਿਆਚਾਰ ਹੋ ਰਿਹਾ, ਭਾਵੇਂ ਉਹ ਕਿਸਾਨ ਆ, ਭਾਵੇਂ ਮਜ਼ਦੂਰ ਆ, ਭਾਵੇਂ ਮੁਲਾਜ਼ਮ ਹੈ। ਹੁਣ ਦੇਖੋ ਤੁਸੀਂ ਇਹ ਦੇਖੋ ਜੀ, ਤੁਸੀਂ ਵੀ ਦੇਖ ਰਹੇ ਆ ਹੁਣ ਜਿਹੜਾ ਡਿਪਾਰਟਮੈਂਟ ਮੁਨਾਫਾ ਕਮਾ ਕੇ ਦੇ ਰਿਹਾ ਉਹਨੂੰ ਵੇਚਣ ਦਾ ਕਾਰਨ ਕੀ ਆ? ਉਹਦਾ ਕਾਰਨ ਆ ਜਿਹੜੇ ਇਹਨਾਂ ਦੇ ਚੇਤੇ ਆ ਅਡਾਨੀ ਅੰਬਾਨੀ, ਇਹ ਉਹਨਾਂ ਨੂੰ ਪ੍ਰੋਫਿਟ ਵਾਸਤੇ ਵੇਚਿਆ ਜਾ ਰਿਹਾ। ਸਰਕਾਰ ਜਿਹੜੀ ਆ ਬਾਦਲ ਡਿਪਾਰਟਮੈਂਟ ਆ ਉਹ ਆਪਣੇ ਚੇਤਿਆਂ ਨੂੰ ਦੇਣਾ ਚਾਹ ਰਹੀ ਆ, ਕਿਉਂਕਿ ਉਹ ਜਿਹੜੇ ਅਡਾਨੀ ਅੰਬਾਨੀ ਆ ਉਹ ਇੱਥੇ ਦੇ ਵਪਾਰੀ ਹੋਣਗੇ, ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਗੁਲਾਮ ਕਰਨਾ ਚਾਹ ਰਹੇ ਆ। ਹੁਣ ਦੇਖੋ ਰਾਤ ਦੀ ਬਿਜਲੀ ਗੁੱਲ ਹੋ ਗਈ, ਰਾਤ ਦੀ ਬਿਜਲੀ ਗੁੱਲ ਹੋ ਗਈ, ਇਹਦਾ ਹੜਤਾਲ ਤੇ ਆ ਬੰਦੇ। ਹੁਣ ਜਿਹੜੇ ਚੰਡੀਗੜ੍ਹ ਦੇ ਲੋਕ ਆ ਜਦੋਂ ਬਿਜਲੀ ਗੁੱਲ ਹੋਈ ਆ, ਜਦੋਂ ਸਵੇਰੇ ਉੱਠੇ ਆ ਬੱਚੇ ਤਿਆਰ ਕਰਨੇ ਸਕੂਲ ਨੂੰ, ਮੁਲਾਜ਼ਮਾਂ ਨੇ ਦਫ਼ਤਰ ਵਾਸਤੇ ਤਿਆਰ ਹੋਣਾ, ਅੱਗੇ ਬਿਜਲੀ ਆ ਨਹੀਂ, ਹਨੇਰਾ ਛਾਇਆ ਪਿਆ। ਉਹ ਲੋਕਾਂ ਦਾ ਮੈਂ ਦੇਖਿਆ, ਮੈਂ ਆਪਣੇ ਗਵਾਂਢ 'ਚ ਦੇਖਿਆ, ਉਹਨਾਂ ਨੇ ਸਰਕਾਰ ਨੂੰ ਕੋਸਿਆ ਕਿ ਜਿਹੜੀ ਇਹ ਕਰਪਟ ਸਰਕਾਰ ਆ, ਜਿਹੜੀ ਸਸਤੀ ਬਿਜਲੀ ਮਿਲ ਰਹੀ ਆ, ਇਹ ਸਰਕਾਰੀ ਮੁਲਾਜ਼ਮਾਂ ਘਾਣ ਕਰ ਰਿਹਾ। ਇਹ ਸਰਕਾਰ ਜਿਹੜੀ ਆ ਜਾਣੀ ਚਾਹੀਦੀ ਆ, ਲੋਕਾਂ ਦਾ ਇਨਸਾਫ ਤਾਂ ਮਿਲੂਗਾ। ਇਹ ਬਿਜਲੀ ਦਾ ਜਿਹੜਾ ਦੋਸ਼ ਆ ਉਹ ਸਰਕਾਰ ਤੇ ਜਾ ਰਿਹਾ, ਔਰ ਜੋ ਚੰਡੀਗੜ੍ਹ ਦੇ ਵਸਿੰਦੇ ਆ ਉਹ ਵੀ ਇਸ ਗੱਲ ਨੂੰ ਲੈ ਕੇ ਚੱਲ ਰਹੇ ਆ ਕਿ ਸਰਕਾਰ ਜਿਹੜੀ ਆ ਉਹ ਬਿਜਲੀ ਨੂੰ ਵੇਚ ਰਹੀ ਆ, ਉਹਨਾਂ ਦੇ ਕਾਰਨ ਸਾਨੂੰ ਇਹ ਜਿਹੜਾ ਦੁੱਖ ਦਾ ਕਾਰਨ ਝੱਲਣਾ ਪੈ ਰਿਹਾ।